ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਇਸ ਸਮੇਂ ਗੂੰਜਦਾ ਦਿਖਾਈ ਦੇ ਰਿਹਾ। ਸਿੱਖ ਜਥੇਬੰਦੀਆਂ ਵੀ ਮੰਥਨ ਕਰ ਰਹੀਆਂ ਨੇ ਵੀ ਕਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ, ਕਿਉਂਕਿ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਸਿੰਘ, ਹਜੇ ਤੱਕ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ, ਸਜ਼ਾ ਵੀ ਪੂਰੀਆਂ ਹੋ ਚੁੱਕੀਆਂ ਨੇ। ਬਹੁਤ ਵਾਰ ਇਹ ਮੁੱਦਾ ਉੱਠਿਆ ਪਰ ਬਾਅਦ ਵਿੱਚ ਫਿਰ ਠੰਡੇ ਬਸਤੇ ਵਿੱਚ ਪੈ ਜਾਂਦਾ। ਭਾਈ ਜਗਤਾਰ ਸਿੰਘ ਹਵਾਰੇ ਵਰਗੇ, ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਜੀ, ਇਹ ਸਾਡੀ ਕੌਮ ਦੇ ਉਹ ਹੀਰੇ ਨੇ। ਜਦੋਂ ਪੰਜਾਬ ਦੇ ਵਿੱਚ ਇਸ ਕਿਸਮ ਦੇ ਹਾਲਾਤ ਬਣੇ ਹੋਏ ਸੀ, ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਸੀਗੇ, ਜਿਹੜਾ ਨੌਜਵਾਨ ਜਦੋਂ ਘਰੋਂ ਜਾਂਦਾ ਸੀਗਾ ਕਿਸੇ ਕੰਮ ਵੀ ਗਿਆ, ਮਾਂ ਨੂੰ ਉਨਾ ਚਿਰ ਤਸੱਲੀ ਨਹੀਂ ਸੀ ਹੁੰਦੀ ਜਿੰਨਾ ਚਿਰ ਉਹ ਘਰ ਵਾਪਸ ਨਹੀਂ ਆ ਗਿਆ। ਪਤਾ ਨਹੀਂ ਕਿੱਥੋਂ ਚੱਕ ਕੇ ਮਾਰ ਦੇਣਾ। ਭਗਵੰਤ ਮਾਨ ਨੂੰ, ਇਹਨਾਂ ਦੀ ਪੂਰੀ ਪਾਰਟੀ ਨੂੰ ਇਹ ਵਾਰ-ਵਾਰ ਬੇਨਤੀਆਂ ਵੀ ਕਰ ਰਹੇ ਆ, ਸਿੱਖ ਜਥੇਬੰਦੀਆਂ ਘਰਾਓ ਵੀ ਕਰ ਰਹੀਆਂ ਨੇ ਕਿ ਜਿਵੇਂ ਕਿਵੇਂ ਹੋਵੇ ਤੁਸੀਂ ਉਹ ਸਾਈਨ ਕਰੋ ਜਾਂ ਫਿਰ ਤੁਸੀਂ ਆਪਣਾ ਪੱਖ ਦੱਸ ਦਿਓ। ਅਸੀਂ ਨਹੀਂ ਕਹਿੰਦੇ, ਅਸੀਂ ਕੋਈ ਭੀਖ ਨਹੀਂ ਮੰਗ ਰਹੇ। ਤੁਸੀਂ ਕਿਹਾ ਵੀ 4 ਵਾਰ ਇਹ ਫਾਈਲ ਰਿਜੈਕਟ ਹੋ ਚੁੱਕੀ ਆ, ਕੋਈ ਕਾਰਨ ਦੱਸਿਆ? ਦਿੱਲੀ ਸਰਕਾਰ ਦੇ ਜਿਹੜੇ ਵੀ ਮੰਤਰੀ ਨੇ ਜਾਂ ਅਧਿਕਾਰੀ ਨੇ ਇਹਦੇ ਵਿੱਚ ਵੀ ਕਿਉਂ ਰਿਜੈਕਟ ਕਰ ਰਹੇ ਆ? ਕੇਜਰੀਵਾਲ ਹੁਕੂਮਤ ਕੋਲ ਕੋਈ ਹੋਰ ਪਾਵਰ ਨਹੀਂ। ਅਸੀਂ ਬੇਅਦਬੀ ਦੇ ਮਸਲੇ ਤੇ ਜਾਂ ਹੋਰ ਮਸਲੇ ਤੇ ਕੇਜਰੀਵਾਲ ਨੂੰ ਕੁਝ ਨਹੀਂ ਕਹਿੰਦੇ। ਇੱਕ ਤਾਂ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਜਿਹੜੀ ਪੰਜਾਬ ਦੇ ਵਿੱਚ ਟ੍ਰਾਂਸਫਰ ਕਰਨੀ ਆ ਜੇਲ੍ਹ ਦੇ ਵਿੱਚ, ਉਹ ਕੇਜਰੀਵਾਲ ਹੋਰਾਂ ਦੇ ਉੱਥੇ ਲੋੜ ਹੈ ਸਾਨੂੰ। ਇੱਕ ਸਾਨੂੰ ਭੁੱਲਰ ਸਾਹਿਬ ਦੇ ਮਸਲੇ ਤੇ ਆ। ਕਿੰਨੀਆਂ ਮੀਟਿੰਗਾਂ ਹੁਣ ਜਥੇਬੰਦੀਆਂ ਦੇ ਹੋ ਰਹੀਆਂ, ਕਿੱਥੇ ਤੱਕ ਤੁਸੀਂ ਪਹੁੰਚ ਕਰ ਚੁੱਕੇ ਹੋ, ਕਿਹੜੀ ਚੀਜ਼ ਨਾਲ ਤੁਹਾਡੀ ਮੀਟਿੰਗ ਹੋਈ? ਟਾਈਮ ਸਾਡੇ ਕੋਲੇ ਬਹੁਤ ਘੱਟ ਹੈ, ਬਸ 1-2 ਦਿਨਾਂ ਦੇ ਵਿੱਚ ਹੀ ਪ੍ਰੋਗਰਾਮ ਉਲੀਕ ਕੇ ਜਿਹੜਾ ਕੌਮ ਦੇ ਅੱਗੇ ਰੱਖਿਆ ਜਾਵੇ ਤੇ ਤਾਂ ਜੋ ਆਪਾਂ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਵੱਡੇ ਪੱਧਰ ਤੇ ਜਿਹੜਾ ਲਿਜਾ ਸਕੀਏ। ਰਵਨੀਤ ਬਿੱਟੂ ਨੇ ਇਹ ਗੱਲ ਕਹੀ ਸੀ, ਜਿਹੜਾ ਕਾਂਗਰਸ ਦਾ MP ਹੈ, ਉਹਨੇ ਇਹ ਗੱਲ ਕਹੀ ਸੀ ਕਿ ਜੇ ਇਹ ਕਾਲੇ ਕਾਨੂੰਨ ਜਿਹੜੇ ਨੇ ਖੇਤੀ ਵਿਰੋਧੀ ਇਹ ਵਾਪਸ ਲੈ ਲਵੇ ਮੋਦੀ, ਤਾਂ ਮੈਂ ਆਪਣੇ ਵੱਲੋਂ ਯਤਨ ਕਰਾਂਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਹੁਣ ਵੀ ਤੁਸੀਂ ਸੰਪਰਕ ਦੇ ਵਿੱਚ ਹੋ ਜਾਂ ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ? ਕਿਉਂਕਿ ਪ੍ਰਧਾਨ ਮੰਤਰੀ ਐਲਾਨ ਕਰ ਸਕਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਨੇ, ਹੋ ਸਕਦਾ ਬੰਦੀ ਸਿੰਘਾਂ ਦੀ ਰਿਹਾਈ ਹੋ ਜੇ। ਸਿੱਖ ਕੌਮ ਵੀ ਦੇਖ ਰਹੀ ਹੈ, ਸਿੱਖ ਜਥੇਬੰਦੀਆਂ ਵੀ ਦੇਖ ਰਹੀਆਂ, ਕਿਉਂਕਿ ਕੇਂਦਰ ਲਵੇ ਪਾਵਰ ਆ। ਜਿਹੜੀ ਵੀ ਧਿਰ ਬੰਦੀ ਸਿੰਘਾਂ ਦੀ ਰਿਹਾਈ ਨਾਲ ਸੁਹਿਰਦਤਾ ਨਾਲ ਕੰਮ ਕਰੂਗੀ, ਖਾਸ ਤੌਰ ਤੇ ਜਿਹੜੀ ਧਿਰ ਪਾਵਰ ਦੇ ਵਿੱਚ ਹੈ, ਤੇ ਜੇ ਉਹ ਸਿੰਘਾਂ ਨੂੰ ਰਿਹਾ ਕਰਦੀ ਹੈ, ਅਸੀਂ ਉਹਦਾ ਜ਼ੋਰਦਾਰ ਸਵਾਗਤ ਕਰਾਂਗੇ ਪੂਰੇ ਪੰਜਾਬ ਵੱਲੋਂ। ਇਨਸਾਫ ਤਾਂ ਦੇ ਨਹੀਂ ਸਕੀ ਕਾਂਗਰਸ, ਪਰ ਹੁਣ ਕਾਂਗਰਸ ਦੇ ਲੀਡਰ ਫਿਰ ਡੇਰਿਆਂ ਤੇ ਨਜ਼ਰ ਆਉਂਦੇ ਨੇ। ਇਹੋ ਜਿਹੇ ਦੁਸ਼ਟ ਦੇ ਡੇਰਿਆਂ ਦੇ ਉੱਤੇ ਜਾ ਕੇ ਇਹ ਲੋਕ, ਭਾਵੇਂ ਉਹ ਕਾਂਗਰਸੀ ਵੀ ਗਏ ਨੇ, ਉਹ ਬਾਦਲ ਕੇ ਵੀ ਗਏ ਨੇ, ਉਹ ਆਪ ਵਾਲੇ ਵੀ ਗਏ ਨੇ, ਸਾਰੇ ਨਹੀਂ, ਕੁਝ ਗਏ ਆ। ਇਹ ਸੌਦਾ ਸਾਧ ਦੇ ਹਾਜ਼ਰੀ ਭਰ ਕੇ ਉਸ ਬਲਾਤਕਾਰੀ ਦੇ ਡੇਰੇ 'ਚ ਜਦੋਂ ਘਰੇ ਗਏ ਹੋਣੇ, ਤਾਂ ਤੁਹਾਡੀ ਵਾਈਫ ਨੇ ਤੁਹਾਨੂੰ ਲਾਹਣਤਾਂ ਨਹੀਂ ਪਾਈਆਂ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। D5 ਚੈਨਲ ਪੰਜਾਬੀ ਦੇ ਪ੍ਰੋਗਰਾਮ ਗੱਲ ਸੱਚੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਜਿਸ ਦੇ ਵਿੱਚ ਅੱਜ ਅਸੀਂ ਸਿੱਖ ਧਰਮ ਦੇ ਨਾਲ ਜੁੜੇ ਹੋਏ ਮੁੱਦਿਆਂ ਤੇ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਦਰਬਾਰੇ ਖਾਲਸਾ ਦੇ ਮੁਖੀ ਨੇ ਭਾਈ ਹਰਜਿੰਦਰ ਸਿੰਘ ਮਾਝੀ, ਸਿੱਖ ਪ੍ਰਚਾਰਕ ਵੀ ਨੇ। ਗੱਲਬਾਤ ਕਰਦੇ ਹਾਂ। ਮਾਝੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਇਸ ਸਮੇਂ ਪੰਜਾਬ ਦੀਆਂ ਚੋਣਾਂ ਦਾ ਮਾਹੌਲ ਆ। ਪੰਜਾਬ ਦੇ ਵਿੱਚ ਜਿਹੜੇ ਅਹਿਮ ਮੁੱਦੇ ਨੇ, ਚਾਹੇ ਤਾਂ ਉਹ ਬੇਅਦਬੀ ਦਾ ਮੁੱਦਾ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਇਸ ਸਮੇਂ ਗੂੰਜਦਾ ਦਿਖਾਈ ਦੇ ਰਿਹਾ। ਸਿੱਖ ਜਥੇਬੰਦੀਆਂ ਵੀ ਮੰਥਨ ਕਰ ਰਹੀਆਂ ਨੇ ਵੀ ਕਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ, ਕਿਉਂਕਿ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਸਿੰਘ, ਹਜੇ ਤੱਕ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ, ਸਜ਼ਾ ਵੀ ਪੂਰੀਆਂ ਹੋ ਚੁੱਕੀਆਂ ਨੇ। ਬਹੁਤ ਵਾਰ ਇਹ ਮੁੱਦਾ ਉੱਠਿਆ ਪਰ ਬਾਅਦ ਵਿੱਚ ਫਿਰ ਠੰਡੇ ਬਸਤੇ ਵਿੱਚ ਪੈ ਜਾਂਦਾ। ਬਿਲਕੁਲ ਜੀ। ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਸਾਰੇ ਆਪਣੇ ਦਰਸ਼ਕਾਂ ਨੂੰ ਹੱਥ ਬੰਨ੍ਹ ਕੇ ਕਿ ਇਹ ਜਿਹੜੇ ਸਿੰਘ ਨੇ, ਭਾਈ ਜਗਤਾਰ ਸਿੰਘ ਹਵਾਰੇ ਵਰਗੇ, ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਜੀ, ਇਹ ਸਾਡੀ ਕੌਮ ਦੇ ਉਹ ਹੀਰੇ ਨੇ। ਜਦੋਂ ਪੰਜਾਬ ਦੇ ਵਿੱਚ ਇਸ ਕਿਸਮ ਦੇ ਹਾਲਾਤ ਬਣੇ ਹੋਏ ਸੀ, ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਸੀਗੇ ਜੀ, ਖਾਸ ਤੌਰ ਤੇ ਮਾਝਾ ਇਲਾਕੇ ਦੇ ਵਿੱਚੋਂ ਤਾਂ ਐਡੇ ਵੱਡੇ ਪੱਧਰ ਤੇ ਖੂਨ ਦੀ ਹੋਲੀ ਖੇਡੀ ਗਈ। ਸਿੱਖ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡੀ ਦੁਸ਼ਮਣਾਂ ਨੇ, ਜ਼ਾਲਮਾਂ ਨੇ ਜੀ। ਤਾਂ ਲੋਕਾਂ ਦੇ ਵਿੱਚ ਇੱਕ ਚਰਚਾ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਇੱਥੇ ਤਾਂ ਹੁਣ ਜਿਹੜਾ ਨੌਜਵਾਨ ਜਦੋਂ ਘਰੋਂ ਜਾਂਦਾ ਸੀਗਾ ਕਿਸੇ ਕੰਮ ਵੀ ਗਿਆ, ਮਾਂ ਨੂੰ ਉਨਾ ਚਿਰ ਤਸੱਲੀ ਨਹੀਂ ਸੀ ਹੁੰਦੀ ਜਿੰਨਾ ਚਿਰ ਉਹ ਘਰ ਵਾਪਸ ਨਹੀਂ ਆ ਗਿਆ। ਪਤਾ ਨਹੀਂ ਕਿੱਥੋਂ ਚੱਕ ਕੇ ਮਾਰ ਦੇਣਾ। ਇਹੋ ਜਿਹੇ ਹਾਲਾਤਾਂ ਵਿੱਚ ਸਾਡੇ ਇਹਨਾਂ ਯੋਧਿਆਂ ਨੇ ਇਹ ਮਹਾਨ ਸੇਵਾ ਗੁਰੂ ਪਾਤਸ਼ਾਹ ਨੇ ਇਹਨਾਂ ਤੋਂ ਲਈ। ਇਹਨਾਂ ਨੇ ਉਹਨਾਂ ਦੁਸ਼ਟਾਂ ਨੂੰ ਸੋਧਿਆ, ਜਿਹਦੇ ਵਿੱਚ
ਭਾਵੇਂ ਉਹ ਮੁੱਖ ਮੰਤਰੀ ਹੋਵੇ, ਬੇਅੰਤ ਵਰਗਿਆਂ ਨੂੰ ਸੋਧੇ ਲਾਏ। ਤਾਂ ਇਹ ਸਾਡੇ ਹੀਰੇ ਨੇ। ਇਹਨਾਂ ਹੀਰਿਆਂ ਦੀ ਕਦਰ ਕਰਨਾ, ਪੂਰੀ ਦੁਨੀਆ ਭਰ ਵਿੱਚ ਵਸਦੇ ਹੋਏ ਜਿਹੜੇ ਸਿੱਖ ਨੇ ਉਹ ਇਹਨਾਂ ਹੀਰਿਆਂ ਦੀ ਕਦਰ ਕਰਦੇ ਨੇ ਜੀ। ਤਾਂ ਜਿਹੜੀ ਰਿਹਾਈ ਦਾ ਮਸਲਾ ਹੈ, ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਨੇ, ਕੋਈ 20 ਸਾਲ ਤੋਂ ਹੈ, ਕੋਈ 25 ਹੈ, ਕੋਈ 30 ਤੋਂ ਵੀ ਉੱਪਰ ਹੋ ਚੁੱਕੀ ਹੈ ਜੀ। ਤਾਂ ਜਦੋਂ ਸਨ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਜੀ ਪ੍ਰਧਾਨ ਮੰਤਰੀ ਵੱਲੋਂ ਇੱਕ ਅਨਾਉਂਸਮੈਂਟ ਹੁੰਦੀ ਆ, ਨੋਟੀਫਿਕੇਸ਼ਨ ਹੁੰਦਾ ਕੇਂਦਰ ਸਰਕਾਰ ਵੱਲੋਂ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਜੀ। ਤਾਂ ਉਸ ਵਕਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਖਿਲਾਫ ਮਨਿੰਦਰਜੀਤ ਬਿੱਟੇ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਆ ਉਹ ਦਰਜ ਕੀਤੀ ਸੀ ਜੀ। ਉਹ ਜਿਹੜੀ ਪਟੀਸ਼ਨ ਪਾਈ ਉਹ 9 ਦਸੰਬਰ 2021 ਨੂੰ ਰੱਦ ਹੋ ਚੁੱਕੀ ਹੈ ਸੁਪਰੀਮ ਕੋਰਟ ਵੱਲੋਂ, ਜਿਹਦਾ ਮਤਲਬ ਹੈ ਕਿ ਜੇ ਆਪਾਂ ਪਹਿਲਾਂ ਭੁੱਲਰ ਸਾਹਿਬ ਦੀ ਜੇ ਗੱਲ ਕਰ ਲਈਏ ਕਿ ਉਹਨਾਂ ਦੀ ਰਿਹਾਈ ਦੇ ਲਈ ਸੁਪਰੀਮ ਕੋਰਟ ਨੂੰ ਕੋਈ ਇਤਰਾਜ਼ ਨਹੀਂ ਜੀ। ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਨੋਟੀਫਿਕੇਸ਼ਨ ਹੋ ਚੁੱਕਿਆ। ਤਾਂ ਹੁਣ ਸਮੱਸਿਆ ਖੜੀ ਹੈ, ਜਿਹੜਾ ਦਿੱਲੀ ਸਟੇਟ ਗਵਰਨਮੈਂਟ ਦਾ ਸੈਂਟੈਂਸ ਰਿਵਿਊ ਬੋਰਡ ਹੈ ਜੀ, ਉਹਦੇ ਜਿਹੜੇ ਚੇਅਰਮੈਨ ਨੇ ਸਤਿੰਦਰ ਜੈਨ ਨੇ, ਜਿਹੜੇ ਕਿ ਦਿੱਲੀ ਗਵਰਨਮੈਂਟ ਦੇ ਵਿੱਚ ਗ੍ਰਹਿ ਮੰਤਰੀ ਨੇ, ਤਾਂ ਉਹਨਾਂ ਦੇ ਹਸਤਾਖਰ ਹੈ ਜਿਹੜੇ ਉਹ ਚਾਹੀਦੇ ਹੈ। ਉਹਦੇ ਲਈ ਅਸੀਂ ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ, ਇਹਨਾਂ ਦੀ ਪੂਰੀ ਪਾਰਟੀ ਨੂੰ ਇਹ ਵਾਰ-ਵਾਰ ਬੇਨਤੀਆਂ ਵੀ ਕਰ ਰਹੇ ਹਾਂ। ਸਿੱਖ ਜਥੇਬੰਦੀਆਂ ਘਰਾਓ ਵੀ ਕਰ ਰਹੀਆਂ ਨੇ ਕਿ ਜਿਵੇਂ ਕਿਵੇਂ ਹੋਵੇ ਤੁਸੀਂ ਉਹ ਸਾਈਨ ਕਰੋ, ਜਾਂ ਫਿਰ ਤੁਸੀਂ ਆਪਣਾ ਪੱਖ ਦੱਸ ਦਿਓ। ਅਸੀਂ ਨਹੀਂ ਕਹਿੰਦੇ, ਅਸੀਂ ਕੋਈ ਭੀਖ ਨਹੀਂ ਮੰਗ ਰਹੇ। ਪਹਿਲੀ ਤਾਂ ਗੱਲ ਇਹ ਅਸੀਂ ਸਪਸ਼ਟ ਕਰਦੇ ਹਾਂ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਪਾਂ ਸਾਰੇ ਸਨਮਾਨ ਕਰਦੇ ਹਾਂ। ਨਰਿੰਦਰ ਮੋਦੀ ਕਹਿੰਦਾ ਕਿ ਮੈਂ ਸਨਮਾਨ ਵਿੱਚ ਇਹ ਕਰ ਦਿੱਤਾ, ਤਾਂ ਇਹ ਸਪਸ਼ਟ ਕਰ ਦੇਣ ਹੁਣ ਆਪ ਵਾਲੇ ਕਿ ਇਹਨਾਂ ਨੇ ਕੀ ਕਰਨਾ। ਜੇ ਪਹਿਲਾਂ ਇਹ 4 ਵਾਰੀ ਇਸ ਫਾਈਲ ਨੂੰ ਰਿਜੈਕਟ ਕਰ ਚੁੱਕੇ ਨੇ, ਹਾਲਾਂਕਿ ਕੋਈ ਹੱਕ ਨਹੀਂ ਸੀ ਬਣਦਾ। ਜਦੋਂ ਸੁਪਰੀਮ ਕੋਰਟ ਨੇ ਸਟੇਟਸ ਜਿਹੜਾ ਉੱਥੇ ਸਟੇ ਲਾਤੀ ਸੀਗੀ, ਤਾਂ ਫਿਰ ਉਸੇ ਸਮੇਂ ਦੇ ਦੌਰਾਨ ਮੈਂ ਦੱਸਣਾ ਚਾਹੁੰਦਾ, ਮੇਰੇ ਕੋਲ ਆਹ ਡਾਕੂਮੈਂਟ ਪਏ ਨੇ ਕਿ ਸਾਰੇ ਡਾਕੂਮੈਂਟ ਨੇ, ਤਾਂ 4 ਵਾਰ, ਸਭ ਤੋਂ ਪਹਿਲਾਂ ਜੁਲਾਈ 2019 ਦੇ ਵਿੱਚ, ਉਸ ਤੋਂ ਬਾਅਦ 28 ਫਰਵਰੀ 2020 ਨੂੰ, ਫਿਰ 5-6 ਅਗਸਤ 2020 ਨੂੰ, ਫਿਰ ਜਿਹੜਾ ਸੀਗਾ ਆਪਣਾ 11 ਦਸੰਬਰ 2020 ਨੂੰ, 4 ਵਾਰ ਇਹ ਫਾਈਲ ਜਿਹੜੀ ਹੈ ਰਿਜੈਕਟ ਕੀਤੀ ਆ। ਤਾਂ ਪਿਛਲੇ ਦਿਨੀ, ਪਹਿਲਾਂ ਤਾਂ ਕੇਜਰੀਵਾਲ ਸਾਹਿਬ ਮੰਨ ਹੀ ਨਹੀਂ ਸੀ ਰਹੇ ਕਿ LG ਕੋਲ ਫਾਈਲ ਪਈ ਆ, ਭਗਵੰਤ ਮਾਨ ਹੋਰੀ ਇਹ ਕਹਿੰਦੇ ਸੀ। ਪਿਛਲੇ ਦਿਨੀ ਕੇਜਰੀਵਾਲ ਨੇ ਕਿਹਾ ਕਿ ਸੈਂਟੈਂਸ ਰਿਵਿਊ ਬੋਰਡ ਕੋਲ ਪਈ ਆ, ਪਰ ਉਹਨਾਂ ਨੇ ਇੱਕ ਗੱਲ ਫੇਰ ਝੂਠ ਬੋਲਤਾ। ਉਹ ਕਹਿੰਦੇ ਵੀ ਇਹ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਇਹਦੇ ਵਿੱਚ ਵੱਡੇ ਵੱਡੇ ਜੱਜ ਹੁੰਦੇ ਨੇ, ਵੱਡੇ ਵੱਡੇ ਜਿਹੜੇ ਨੇ ਵਕੀਲ ਹੁੰਦੇ ਨੇ, ਇਦਾਂ ਦੀਆਂ ਗੱਲਾਂ ਕੀਤੀਆਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀ 11 ਦਸੰਬਰ 2020 ਨੂੰ ਜਿਹੜੀ ਰਿਜੈਕਟ ਹੋਈ ਫਾਈਲ, ਉਹਦੇ ਉੱਤੇ ਜਿਹੜਾ ਆ ਸਾਰਾ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੇ ਨੇ ਇਹ ਡਾਕੂਮੈਂਟ। ਆਹ 7 ਮੈਂਬਰੀ ਕਮੇਟੀ ਹੈ। 7 ਮੈਂਬਰਾਂ ਦੇ ਵਿੱਚੋਂ ਸਿਰਫ 1 ਮੈਂਬਰ ਹੈ ਜਿਹੜਾ ਸੈਸ਼ਨ ਜੱਜ ਦਾ ਬੰਦਾ, ਨੁਮਾਇੰਦਾ, 1 ਦਿੱਲੀ ਪੁਲਿਸ ਦਾ, ਤੇ 5 ਮੈਂਬਰ ਇਹਦੇ ਵਿੱਚ ਉਹ ਨੇ ਸਤਿੰਦਰ ਜੈਨ ਸਮੇਤ ਜਿਹੜੇ ਦਿੱਲੀ ਗਵਰਨਮੈਂਟ ਦੇ ਬੰਦੇ ਆ। ਤਾਂ ਫਿਰ ਅਸੀਂ ਕਹਿੰਦੇ ਆ ਵੀ ਇਹਦੇ ਤੇ ਇਹ ਆਪਣਾ ਸਪਸ਼ਟ ਪੱਖ ਦੱਸ ਦੇਣ, ਸਾਨੂੰ ਗੁੰਮਰਾਹ ਨਾ ਕਰਨ। ਜੇ ਨਹੀਂ ਕਰਨੀ ਤਾਂ ਕਹਿ ਦੇਣ ਅਸੀਂ ਤਾਂ ਜੀ ਕਰਨੀ। ਮਾਜੀ ਸਾਹਿਬ, ਤੁਸੀਂ ਕਿਹਾ ਵੀ 4 ਵਾਰ ਇਹ ਫਾਈਲ ਰਿਜੈਕਟ ਹੋ ਚੁੱਕੀ ਆ, ਕੋਈ ਕਾਰਨ ਦੱਸਿਆ ਦਿੱਲੀ ਸਰਕਾਰ ਦੇ ਜਿਹੜੇ ਵੀ ਮੰਤਰੀ ਨੇ ਜਾਂ ਅਧਿਕਾਰੀ ਨੇ ਇਹਦੇ ਵਿੱਚ ਵੀ ਕਿਉਂ ਰਿਜੈਕਟ ਕਰ ਰਹੇ ਸੀ? ਉਹ ਜੀ ਦੇਖੋ, ਕਾਰਨ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਦੀ ਇੱਛਾ ਸ਼ਕਤੀ ਦੇ ਉੱਤੇ ਹੈ। ਦੂਜੇ ਪਾਸੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ ਜਿਹੜਾ ਜੈਸਕਾ ਕਤਲकांड ਦਾ ਮੁੱਖ ਦੋਸ਼ੀ ਸੀਗਾ ਮੰਨੂ ਸ਼ਰਮਾ, ਉਹਨਾਂ ਦੀ ਰਿਹਾਈ ਦੇ ਲਈ 2 ਜੂਨ 2020 ਨੂੰ ਇਸੇ ਸੈਂਟੈਂਸ ਰਿਵਿਊ ਬੋਰਡ ਨੇ ਹਸਤਾਖਰ ਵੀ ਕੀਤੇ ਆ। ਜੇ ਮੰਨੂ ਸ਼ਰਮਾ ਜਿਹੜਾ ਇੱਕ ਮੁੱਖ ਦੋਸ਼ੀ ਮੰਨਿਆ ਹੋਇਆ ਸੀ, ਉਹਦੇ ਲਈ ਤਾਂ ਸਾਈਨ ਹੋ ਜਾਂਦੇ ਆ, ਇਹਦੇ ਲਈ ਨਹੀਂ ਹੁੰਦੇ। ਇਹ ਤਾਂ ਸੀਗਾ ਕੇਜਰੀਵਾਲ ਹੁਕੂਮਤ ਕੋਲ ਕੋਈ ਹੋਰ ਪਾਵਰ ਨਹੀਂ। ਅਸੀਂ ਬੇਅਦਬੀ ਦੇ ਮਸਲੇ ਤੇ ਜਾਂ ਹੋਰ ਮਸਲੇ ਤੇ ਕੇਜਰੀਵਾਲ ਨੂੰ ਕੁਝ ਨਹੀਂ ਕਹਿੰਦੇ। ਇਹਦੇ ਲਵੇ ਸਿਰਫ 2 ਚੀਜ਼ਾਂ ਨੇ। ਇੱਕ ਤਾਂ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਜਿਹੜੀ ਪੰਜਾਬ ਦੇ ਵਿੱਚ ਟਰਾਂਸਫਰ ਕਰਨੀ ਆ ਜੇਲ੍ਹ ਦੇ ਵਿੱਚ, ਉਹ ਕੇਜਰੀਵਾਲ ਹੋਰਾਂ ਦੇ ਉੱਥੇ ਲੋੜ ਹੈ ਸਾਨੂੰ। ਇੱਕ ਸਾਨੂੰ ਭੁੱਲਰ ਸਾਹਿਬ ਦੇ ਮਸਲੇ ਤੇ ਹੈ। ਦੂਜੀ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਗੁਰਦੀਪ ਸਿੰਘ ਖੈੜਾ, ਉਹ ਵੀਰ ਸਾਡੇ, ਉਹਨਾਂ ਦਾ ਕੇਸ ਰਜਿਸਟਰ ਹੋਇਆ ਜਿਹੜਾ ਸੀਗਾ ਕਰਨਾਟਕਾ ਦੇ ਵਿੱਚ। ਉੱਥੇ ਬੀਜੇਪੀ ਦੀ ਗਵਰਨਮੈਂਟ ਹੈ। ਬੀਜੇਪੀ ਦੀ ਗਵਰਨਮੈਂਟ ਹੋਣ ਕਰਕੇ ਅਸੀਂ ਬੀਜੇਪੀ ਨੂੰ ਵੀ ਇਹ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਪਾਸੇ ਤਾਂ ਤੁਸੀਂ 2019 ਚ ਨੋਟੀਫਿਕੇਸ਼ਨ ਦਿੰਦੇ ਹੋ, ਤੇ ਉੱਥੇ ਤਾਂ ਤੁਹਾਡੀ ਸਰਕਾਰ ਵੀ ਆਪਣੀ ਆ,
ਤੇ ਉਹ ਵੀ ਅਜੇ ਤੱਕ ਜਿਹੜਾ ਸੈਂਟੈਂਸ ਰਿਵਿਊ ਬੋਰਡ ਕਰਨਾਟਕਾ ਵਾਲਾ ਉਹ ਵੀ ਅਜੇ ਤੱਕ ਉਹ ਰਿਹਾਈ ਨਹੀਂ ਕਰ ਰਹੇ, ਉੱਥੇ ਵੀ ਗੱਲ ਰੁਕੀ ਹੋਈ ਹੈ। ਸੋ ਇਹਦੇ ਲਈ ਆਪ ਤੇ ਬੀਜੇਪੀ ਦੋਨਾਂ ਦੇ ਉੱਤੇ ਗੱਲ ਕਰ ਰਹੇ ਹਾਂ। ਤੀਜੀ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜਾ ਕੇਂਦਰ ਸਰਕਾਰ ਹੈ ਉਹਨਾਂ ਨੂੰ ਆਰਟੀਕਲ 72 ਦੇ ਤਹਿਤ ਸਿੱਧੀਆਂ ਰਿਹਾਈਆਂ ਵੀ ਕਰਨ ਦਾ ਜਦੋਂ ਕਾਨੂੰਨ ਨੇ ਹੱਕ ਦਿੱਤਾ ਤਾਂ ਸਿੱਧੀਆਂ ਰਿਹਾਈਆਂ ਹੀ ਕਰ ਦੇਣੀਆਂ ਚਾਹੀਦੀਆਂ ਸੀ। ਇਸ ਮਸਲੇ ਦੇ ਉੱਤੇ ਪ੍ਰਮੁੱਖ ਤੌਰ ਤੇ ਜਿਹੜਾ ਅੱਜ ਦੀ ਡੇਟ ਵਿੱਚ ਬੀਜੇਪੀ ਤੇ ਆਪ ਇਹਨਾਂ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਜੀ। ਕਿੰਨੀਆਂ ਮੀਟਿੰਗਾਂ ਹੁਣ ਜਥੇਬੰਦੀਆਂ ਦੇ ਹੋ ਰਹੀਆਂ, ਕਿੱਥੇ ਤੱਕ ਤੁਸੀਂ ਪਹੁੰਚ ਕਰ ਚੁੱਕੇ ਹੋ, ਕਿਹੜੇ ਨਾਲ ਤੁਹਾਡੀ ਮੀਟਿੰਗ ਹੋਈ? ਦੇਖੋ ਅਜੇ ਤੱਕ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਵੱਖ-ਵੱਖ ਘਰੋਹ ਵੀ ਕੀਤੇ ਨੇ, ਜਿਹਦੇ ਵਿੱਚ ਭਗਵੰਤ ਮਾਨ ਨੇ ਉਹਨਾਂ ਦਾ ਜਾਂ ਸੋਮ ਪ੍ਰਕਾਸ਼ ਜਿਹੜੇ ਬੀਜੇਪੀ ਦੇ ਕੇਂਦਰੀ ਮੰਤਰੀ ਨੇ ਉਹਨਾਂ ਦੀ ਕੋਠੀ ਦਾ ਘਰੋਹ ਫਗਵਾੜੇ ਵਿਖੇ ਕੀਤਾ ਸੀਗਾ। ਸਿੱਖ ਜਥੇਬੰਦੀਆਂ ਨੇ, ਦਰਬਾਰੇ ਖਾਲਸਾ ਤੇ ਹੋਰ ਬਹੁਤ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਉੱਥੇ ਸੀ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਾਹਿਬ, ਹੋਰ ਸਿਆਣੇ ਬੰਦੇ ਸਾਰੇ ਆਏ ਸੀਗੇ। ਤਾਂ ਇਹ ਤੋਂ ਇਲਾਵਾ ਹੁਣ ਅਸੀਂ ਇੱਕ ਤਾਂ ਜਿਹੜੀ 4 ਫਰਵਰੀ ਨੂੰ ਜਲੰਧਰ ਦੇ ਵਿੱਚ ਮੀਟਿੰਗ ਰੱਖੀ, ਜਿਹਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਆਈਆਂ ਸੀਗੀਆਂ ਜੀ। ਇੱਕ 6 ਫਰਵਰੀ ਨੂੰ ਮੋਹਾਲੀ ਦੇ ਵਿੱਚ ਮੀਟਿੰਗ ਹੋਈ ਆ। ਤਾਂ ਮੈਂ ਹੱਥ ਬੰਨ੍ਹ ਕੇ ਦੋਨਾਂ ਧਿਰਾਂ ਅੱਗੇ ਇੱਕ ਜੋਦੜੀ ਕੀਤੀ ਆ, ਜਿਹੜੇ ਜਲੰਧਰ ਮੀਟਿੰਗ ਕਰਨ ਵਾਲੇ ਆ ਤੇ ਭਾਵੇਂ ਮੋਹਾਲੀ, ਕਿ ਆਪਾਂ ਇਕਮੁੱਠਤਾ ਨਾਲ ਇੱਕ ਪ੍ਰੋਗਰਾਮ ਕੌਮ ਨੂੰ ਦਈਏ ਜਿਹਦੇ ਵਿੱਚ ਦੋਨਾਂ ਧਿਰਾਂ ਦੀ ਸਹਿਮਤੀ ਬਣ ਚੁੱਕੀ ਹੈ। ਪ੍ਰੋਫੈਸਰ ਬਲਜਿੰਦਰ ਸਿੰਘ ਜਿਹੜੇ ਹਵਾਰਾ ਕਮੇਟੀ ਦੇ ਸਰਗਰਮ ਆਗੂ ਆ, ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿਉਂਕਿ ਟਾਈਮ ਸਾਡੇ ਕੋਲੇ ਬਹੁਤ ਘੱਟ ਹੈ, ਬਸ 1-2 ਦਿਨਾਂ ਦੇ ਵਿੱਚ ਹੀ ਪ੍ਰੋਗਰਾਮ ਉਲੀਕ ਕੇ ਜਿਹੜਾ ਕੌਮ ਦੇ ਅੱਗੇ ਰੱਖਿਆ ਜਾਵੇ ਤੇ ਤਾਂ ਜੋ ਆਪਾਂ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਵੱਡੇ ਪੱਧਰ ਤੇ ਜਿਹੜਾ ਲਿਜਾ ਸਕੀਏ, ਕਿਉਂਕਿ ਇਹ ਮਸਲਾ ਜਿਹੜਾ ਇਕੱਲੇ ਧਰਮ ਦਾ ਵੀ ਨਹੀਂ, ਇਹ ਮਨੁੱਖਤਾ ਦਾ ਮਸਲਾ ਹੈ। ਮੈਂ ਸਮਝਦਾ ਇਸ ਮਸਲੇ ਦੇ ਉੱਤੇ ਸਾਰੀਆਂ ਕਮਿਊਨਿਟੀਆਂ, ਭਾਵੇਂ ਉਹ ਸਾਡੇ ਸਨਮਾਨਯੋਗ ਹਿੰਦੂ ਵੀਰ ਨੇ, ਦੇਖੋ ਕਿੱਡੀ ਮੈਂ ਕਹਿੰਦਾ ਇਹ ਰਾਜਨੀਤਿਕ ਪਾਰਟੀਆਂ ਸਾਡੀ ਹਿੰਦੂ ਕਮਿਊਨਿਟੀ ਦੀ ਐਡੀ ਤੋਹੀਨ ਕਰਦੀਆਂ ਨੇ ਪੰਜਾਬ ਦੇ ਵਿੱਚ ਆ ਕੇ ਕਿ ਇਹ ਸੋਚਿਆ ਜਾ ਰਿਹਾ ਹੈ। ਕਿਸੇ ਵਕਤ ਪ੍ਰਕਾਸ਼ ਸਿੰਘ ਬਾਦਲ ਇਹ ਸੋਚਦਾ ਸੀ, ਅੱਜ ਕੇਜਰੀਵਾਲ ਇਹ ਸੋਚ ਰਿਹਾ ਹੈ ਕਿ ਜੀ ਜੇ ਅਸੀਂ ਇਹਨਾਂ ਨੂੰ ਰਿਹਾ ਕਰਤਾ ਨਾ ਸਾਨੂੰ ਹਿੰਦੂ ਵੋਟ ਟੁੱਟ ਜਾਣੀ ਹੈ। ਇਹ ਬੜਾ ਵੱਡਾ ਭੁਲੇਖਾ ਹੈ। ਜਾਂ ਇਹ ਸਾਡੇ ਸਨਮਾਨਯੋਗ ਪੰਜਾਬ ਦੇ ਹਿੰਦੂਆਂ ਨੂੰ ਇਹ ਜਾਣਬੁੱਝ ਕੇ ਮੈਂ ਸਮਝਦਾ ਵਰਲਡ ਵਾਈਡ ਬਦਨਾਮ ਕਰ ਰਹੇ ਨੇ, ਸਾਡੇ 'ਚ ਇਹ ਪਾੜਾ ਪਾਉਣ ਦੀਆਂ ਗੱਲਾਂ ਕਰ ਰਹੇ ਨੇ। ਕਿਉਂਕਿ ਮੈਂ ਖੁਦ ਇਸ ਗੱਲ ਦਾ ਗਵਾਹ, ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਹਸਤਾਖਰ ਮੁਹਿੰਮ 2011 ਦੇ ਵਿੱਚ ਅਸੀਂ ਸ਼ੁਰੂ ਕੀਤੀ ਸੀਗੀ, ਸੰਗਰੂਰ ਜ਼ਿਲ੍ਹੇ 'ਚੋਂ 250 ਪੰਚਾਇਤਾਂ ਤੇ 50,000 ਤੋਂ ਵੱਧ ਹਸਤਾਖਰ ਰਾਸ਼ਟਰਪਤੀ ਕੋਲ ਪਹੁੰਚਾਏ ਸੀ। ਤਾਂ ਅਸੀਂ ਬਾਜ਼ਾਰਾਂ ਦੇ ਵਿੱਚ ਸਾਡੇ ਗੁਰਸਿੱਖ ਵੀਰ ਜਾਂਦੇ ਸੀ, ਇੱਕ ਵੀ ਹਿੰਦੂ ਵੀਰ ਨਹੀਂ ਸੀ ਸਾਨੂੰ ਇਹੋ ਜਿਹਾ ਮਿਲਿਆ ਜਿਹਨੇ ਕਿਹਾ ਹੋਵੇ ਮੈਂ ਸਾਈਨ ਨਹੀਂ ਕਰਦਾ। ਉਹ ਕਹਿੰਦੇ ਸੀ ਜਦੋਂ ਸਜ਼ਾ ਹੀ ਹੋ ਗਈਆਂ, ਇੰਨਾ ਲੰਮਾ ਸਮਾਂ ਹੋ ਗਿਆ, ਆ ਜਾਣਾ ਚਾਹੀਦਾ। ਇਹਦੇ ਨਾਲ ਮੈਂ ਇਹ ਵੀ ਕਹਿਣਾ ਕਿ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਸੀ, ਜਿਹੜਾ ਕਾਂਗਰਸ ਦਾ MP ਹੈ, ਉਹਨੇ ਇਹ ਗੱਲ ਕਹੀ ਸੀ ਕਿ ਜੇ ਇਹ ਕਾਲੇ ਕਾਨੂੰਨ ਜਿਹੜੇ ਨੇ ਖੇਤੀ ਵਿਰੋਧੀ ਇਹ ਵਾਪਸ ਲੈ ਲਵੇ ਮੋਦੀ, ਤਾਂ ਮੈਂ ਆਪਣੇ ਵੱਲੋਂ ਯਤਨ ਕਰਾਂਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਤਾਂ ਇਹਦੇ ਲਈ ਰਵਨੀਤ ਬਿੱਟੂ ਨੂੰ ਵੀ ਜਿਹੜਾ ਜਵਾਬਦੇਹੀ ਉਹਦੀ ਬਣਦੀ ਹੈ ਕਿ ਹੁਣ ਉਹ ਕੀ ਕਾਰਵਾਈ ਕਰ ਰਿਹਾ ਜੀ। ਮਾਝੀ ਸਾਹਿਬ, ਭਗਵੰਤ ਮਾਨ ਨਾਲ ਵੀ ਕੋਈ ਚਰਚਾ ਹੋਈ? ਕਿਉਂਕਿ CM ਫੇਸ ਨਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਜੇਕਰ ਉਹ ਗੱਲ ਕਰਦੇ ਨੇ ਅਰਵਿੰਦ ਕੇਜਰੀਵਾਲ ਤਾਂ ਜਲਦੀ ਮਸਲੇ ਦਾ ਹੱਲ ਮੈਨੂੰ ਲੱਗਦਾ ਹੋ ਸਕਦਾ। ਹਾਂਜੀ, ਦੇਖੋ ਭਗਵੰਤ ਮਾਨ ਸਾਹਿਬ ਨਾਲ ਤਾਂ ਨਹੀਂ ਹੋਈ, ਪਰ ਉਹਨਾਂ ਦੇ ਬਾਕੀ ਜਿਹੜੇ MLA ਨੇ ਕੁਝ ਉਹਨਾਂ ਨੂੰ ਮੈਂ ਪਰਸਨਲ ਵੀ ਕਿਹਾ ਤੇ ਉਹਨਾਂ ਨੂੰ ਸਿੱਖ ਜਥੇਬੰਦੀਆਂ ਨੇ ਮੈਮੋਰੰਡਮ ਵੀ ਦਿੱਤੇ ਨੇ। ਔਰ ਉਹ ਪਹਿਲਾਂ ਸਾਰੇ ਇੱਕੋ ਰੱਟਾ ਲਾ ਲੈਂਦੇ ਨਾ, LG ਕੋਲ ਪਈ ਹੈ। ਮੈਂ ਕਿਹਾ ਜੀ ਇਹ ਫੇਕ ਗੱਲਾਂ ਕਰਨੀਆਂ ਬੰਦ ਕਰੋ, LG ਕੋਲ ਨਹੀਂ ਪਈ ਫਾਈਲ। ਤੇ ਹੁਣ ਚਲੋ ਕੇਜਰੀਵਾਲ ਸਾਹਿਬ ਨੇ ਉਹ ਦੱਸ ਹੀ ਦਿੱਤਾ। ਤਾਂ ਇਹ ਸਾਰਿਆਂ ਨਾਲ ਸਾਡੀ ਗੱਲਬਾਤ ਹੋਈ ਹੈ ਵੀ ਅਸੀਂ, ਕਿਉਂਕਿ ਦੇਖੋ ਜਿਹੜੇ ਅਸੀਂ ਆ ਬੰਦੇ ਸਿੱਖ ਪ੍ਰਚਾਰਕਾਂ ਜਾਂ ਸਿੱਖ ਜਥੇਬੰਦੀਆਂ, ਸਾਡਾ ਨਾ ਤਾਂ ਕੋਈ ਪੋਲੀਟੀਕਲ ਅਸੀਂ ਕੋਈ ਚੋਣ ਦੇ ਵਿੱਚ ਖੜੇ ਹਾਂ ਜੀ। ਸਾਡਾ ਇਹ ਮਕਸਦ ਨਹੀਂ ਹੈ ਅਸੀਂ ਕਿਸੇ ਨੂੰ ਫਾਇਦਾ ਕਰਨਾ ਚਾਹੁੰਦੇ ਹਾਂ ਜਾਂ ਕਿਸੇ ਨੂੰ ਨੁਕਸਾਨ, ਜਿਵੇਂ ਕਿ ਇਹ ਆਪਣੇ ਭਗਤਾਂ ਤੋਂ ਰੌਲਾ ਪਵਾਉਂਦੇ ਆ, ਠੀਕ ਹੈ, ਉਹ ਇਹਨਾਂ ਦੀ ਮਰਜ਼ੀ ਆ, ਜਿਹੜੀ ਮਰਜ਼ੀ ਪਾਰਟੀ। ਜੇ ਅਸੀਂ ਕਾਂਗਰਸ ਨੂੰ ਕਹਿੰਦੇ ਆ ਤਾਂ ਕਹਿੰਦੇ ਜੀ ਤੁਸੀਂ ਬਾਦਲ ਕਹਿੰਦੇ ਹੋ, ਜੇ ਬਾਦਲ ਨੂੰ ਕਹਿੰਦੇ ਆ ਤਾਂ ਜੀ ਤੁਸੀਂ ਕਾਂਗਰਸ ਦੇ ਹੋ, ਜੇ ਆਪ ਵਾਲਿਆਂ ਨੂੰ ਕਹਿੰਦੇ ਆ ਤੁਸੀਂ ਜੀ ਦੂਜਿਆਂ ਦੇ ਹੋ। ਸੋ ਇਹ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਨੂੰ ਨਹੀਂ ਕੋਈ ਮਸਲਾ, ਸਾਡੇ ਤਾਂ ਜੀ ਮਸਲੇ ਹੈ ਪੰਥ ਦੇ, ਕੁਝ ਉਹਨਾਂ 'ਚ ਇੱਕ ਬੰਦੀ ਸਿੰਘਾਂ ਦਾ ਮਸਲਾ ਵੀ ਹੈ। ਸਾਡੇ ਹੱਲ ਕਰੋ, ਕ੍ਰੈਡਿਟ ਭਾਵੇਂ BJP ਲੈ ਕੇ ਜਾਵੇ, ਆਪ ਲੈ ਕੇ ਜਾਵੇ, ਕੋਈ ਹੋਰ ਲੈ ਜੇ, ਕਾਂਗਰਸ ਲੈ, ਸਾਨੂੰ ਕੋਈ ਮਸਲਾ ਨਹੀਂ। ਸਾਡੇ ਤਾਂ ਉਹ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਜੀ। ਪੰਜਾਬ ਦੇ ਵਿੱਚ 8-9 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰਨ ਜਾ ਰਹੇ ਨੇ, ਵਰਚੁਅਲ ਰੈਲੀ ਹੋਣੀ ਆ। ਪਹਿਲਾਂ ਵੀ ਮੈਨੂੰ ਲੱਗਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ BJP ਲੀਡਰ ਨਾਲ ਕੁਝ ਪੰਥਕ ਆਗੂਆਂ ਦੀ ਮੀਟਿੰਗਾਂ ਹੋਈਆਂ ਨੇ, ਹੁਣ ਵੀ ਤੁਸੀਂ ਸੰਪਰਕ ਦੇ ਵਿੱਚ ਹੋ ਜਾਂ ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ? ਕਿਉਂਕਿ ਪ੍ਰਧਾਨ ਮੰਤਰੀ ਐਲਾਨ ਕਰ ਸਕਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਨੇ, ਹੋ ਸਕਦਾ ਬੰਦੀ ਸਿੰਘਾਂ ਦੀ ਰਿਹਾਈ ਹੋ ਜੇ
ਸਿੱਖ ਕੌਮ ਵੀ ਦੇਖ ਰਹੀ ਹੈ, ਸਿੱਖ ਜਥੇਬੰਦੀਆਂ ਵੀ ਦੇਖ ਰਹੀਆਂ, ਕਿਉਂਕਿ ਕੇਂਦਰ ਲਵੇ ਪਾਵਰ ਆ। ਬਿਲਕੁਲ ਜੀ, ਦੇਖੋ ਰਾਜਨੀਤੀ ਦੇ ਵਿੱਚ ਇਹ ਹੁੰਦਾ ਵੀਰ ਜੀ ਕਿ ਨਾ ਕੋਈ ਪੱਕਾ ਦੁਸ਼ਮਣ ਨਾ ਕੋਈ ਪੱਕਾ ਦੋਸਤ। ਬਿਲਕੁਲ, ਸਾਨੂੰ ਕੋਈ ਮਸਲਾ ਨਹੀਂ, ਜਿਹੜੀ ਵੀ ਧਿਰ ਬੰਦੀ ਸਿੰਘਾਂ ਦੀ ਰਿਹਾਈ ਨਾਲ ਸੁਹਿਰਦਤਾ ਨਾਲ ਕੰਮ ਕਰੂਗੀ, ਖਾਸ ਤੌਰ ਤੇ ਜਿਹੜੀ ਧਿਰ ਪਾਵਰ ਦੇ ਵਿੱਚ ਹੈ ਤੇ ਜੇ ਉਹ ਸਿੰਘਾਂ ਨੂੰ ਰਿਹਾ ਕਰਦੀ ਹੈ, ਅਸੀਂ ਉਹਦਾ ਜ਼ੋਰਦਾਰ ਸਵਾਗਤ ਕਰਾਂਗੇ ਪੂਰੇ ਪੰਜਾਬ ਵੱਲੋਂ ਜੀ। ਤੇ ਉਹ ਤਾਂ ਹੋਣਾ ਹੀ ਹੈ, ਸਾਡੇ ਕੋਲ ਜਿਹੜਾ ਮਰਜ਼ੀ ਕ੍ਰੈਡਿਟ ਲੈ ਜੇ, ਕਿਉਂਕਿ ਤੁਸੀਂ ਆਪ ਸੋਚੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਵਾਈਫ, ਉਹਨੂੰ ਮਿਲਿਆ ਮੈਂ, ਭੈਣ ਨਵਨੀਤ ਕੌਰ ਆ, ਤੇ ਮਤਲਬ ਤੁਸੀਂ ਵੇਖੋ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਕਿ ਉਹਦੇ ਵਿਆਹ ਨੂੰ ਸਿਰਫ 2.5-3 ਮਹੀਨੇ ਹੋਏ ਸੀ, ਉਸ ਤੋਂ ਬਾਅਦ ਵਿਚਾਰਾ ਇਸ ਤਰ੍ਹਾਂ ਦੇ ਹਾਲਾਤ ਨੇ, ਉਹਦੀ ਮਾਨਸਿਕਤਾ ਵੀ ਪ੍ਰੋਬਲਮ ਹੈਗੀ ਆ, ਸਿਹਤ ਦੀ ਵੀ ਪ੍ਰੋਬਲਮ ਆ। ਤੇ ਉਹ ਭੈਣ ਦੱਸਦੀ ਸੀ ਕਿ ਪੈਰੋਲਾਂ ਤੇ 12-13 ਪੈਰੋਲਾਂ ਕੱਟ ਚੁੱਕੇ ਆ ਭੁੱਲਰ, ਤਾਂ ਉਹ ਜਦੋਂ ਪੈਰੋਲ ਤੇ ਆਉਂਦੇ ਆ ਤਾਂ ਉਹਨਾਂ ਦੀ ਸਿਹਤ ਨਾ ਠੀਕ ਹੋ ਜਾਂਦੀ ਹੈ, ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਘਰ ਦਾ ਮਾਹੌਲ ਹੁੰਦਾ ਹੈ, ਖਾਣਾ ਹੁੰਦਾ, ਸਭ ਕੁਝ ਹੁੰਦਾ, ਤੇ ਪਰ ਫਿਰ ਹੁਣ ਉਹਨੂੰ ਉੱਥੇ ਜਿਹੜਾ ਰੱਖਿਆ ਹੋਇਆ, ਇਹ ਸਾਰਾ ਕੁਝ ਬਿਲਕੁਲ ਗਲਤ ਹੋ ਰਿਹਾ। ਇਹਦੇ ਲਈ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਕੋਈ ਕਿਸੇ ਧਰਮ ਦਾ ਮਜ਼ਹਬ ਦਾ ਬੰਦਾ ਹੈ, ਸਾਰੇ ਅਸੀਂ ਇਕੱਠੇ ਹੋ ਕੇ ਸਾਡੇ ਰਾਬਤਾ ਜਿਹੜਾ ਬਾਕੀ ਜਥੇਬੰਦੀਆਂ ਨਾਲ ਵੀ ਹੋ ਰਿਹਾ, ਹੋਰ ਧਰਮ ਦੇ ਨੁਮਾਇੰਦਿਆਂ ਨੂੰ ਵੀ ਅਸੀਂ ਮਿਲ ਰਹੇ ਹਾਂ ਲਗਾਤਾਰ ਕਿ ਇੱਕ ਅਸੀਂ ਇਹ ਜਿਹੜੀ ਆਵਾਜ਼ ਅਸੀਂ ਉਠਾ ਸਕੀਏ ਸਾਰੇ ਰਲ ਮਿਲ ਕੇ, ਤਾਂ ਜੋ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋ ਸਕੇ। ਜੀ ਮਾਝੀ ਸਾਹਿਬ, ਇਸ ਤੋਂ ਇਲਾਵਾ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੇਅਦਬੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਸੀ। ਬੇਅਦਬੀ, ਗੋਲੀ ਕਾਂਡ ਦਾ ਲਾ ਲਓ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਅਸੀਂ ਪਹਿਲ ਦੇ ਆਧਾਰ ਤੇ ਇਨਸਾਫ ਦੇਵਾਂਗੇ, ਸਰਕਾਰ ਸਾਡੀ ਬਣ ਗਈ, ਸਰਕਾਰ ਉਹਨਾਂ ਦੀ ਬਣ ਗਈ, ਸਮਾਂ ਵੀ ਲੰਘ ਗਿਆ। ਇਸ ਵੇਲੇ ਮੁੱਦਾ ਗਾਇਬ ਲੱਗਦਾ ਕਿਤੇ ਨਾ ਕਿਤੇ, ਕਿ ਸਿੱਖ ਜਥੇਬੰਦੀਆਂ ਨਹੀਂ ਚਾਹੁੰਦੀਆਂ ਵੀ ਇਨਸਾਫ ਮਿਲੇ। ਇਸ ਵੇਲੇ ਸਿੱਖ ਜਥੇਬੰਦੀ ਵੀ ਨਹੀਂ ਕੋਈ ਬੋਲ ਰਹੀ ਹੈਗੀ, ਨਾ ਕੋਈ ਉਧਰਲੇ ਪਾਸੋਂ ਕੋਈ ਆਵਾਜ਼ ਉੱਠ ਰਹੀ ਹੈ। ਨਹੀਂ ਜੀ, ਇਹ ਦੇਖੋ ਕਈ ਵਾਰੀ ਇਹ ਹੁੰਦਾ ਵੀ ਸਿੱਖ ਜਥੇਬੰਦੀਆਂ ਜਾਂ ਸਿੱਖ ਬੰਦੇ ਗੱਲ ਤਾਂ ਕਰਦੇ ਆ, ਪਰ ਉਹ ਗੱਲ ਇਹ ਹੈ ਵੀ ਤੁਹਾਡੇ ਵਰਗੇ ਜਿਹੜੇ ਚੈਨਲ ਨੇ ਉਹ ਗੱਲ ਚੱਕਦੇ ਵੀ ਹੈ, ਤਾਂ ਇਹਦੇ ਤੇ ਸਾਨੂੰ ਸਾਰਿਆਂ ਨੂੰ ਜ਼ੋਰ ਦੇਣ ਦੀ ਲੋੜ ਹੈ, ਕਿਉਂਕਿ ਇਹ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪੂਰੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਨੇ। ਔਰ ਮੈਂ ਤਾਂ ਇਸ ਤੋਂ ਵੀ ਅੱਗੇ ਗੱਲ ਕਰਦਾ ਕਿ ਭਾਵੇਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਬੇਅਦਬੀਆਂ ਹੋਈਆਂ ਨੇ, ਪਰ ਅਸੀਂ ਫਿਰ ਵੀ ਇਹ ਕਹਿੰਦੇ ਹਾਂ ਕਿ ਕੋਈ ਵੀ ਪਵਿੱਤਰ ਧਰਮ ਗ੍ਰੰਥ ਹੈ, ਭਾਵੇਂ ਉਹ ਗੀਤਾ ਹੈ ਜਾਂ ਕੁਰਾਨ ਸ਼ਰੀਫ ਹੈ, ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋਈ ਬੇਅਦਬੀ ਕਰਦਾ ਉਹਦੇ ਖਿਲਾਫ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਹੈ। ਜਿਹੜਾ 295 ਇਹ ਬਣਿਆ ਹੋਇਆ ਉਹਦੇ ਨਾਲ ਕੰਮ ਨਹੀਂ ਬਣਦਾ। ਉਹ ਤਾਂ ਬੰਦੇ ਇੱਥੇ ਤਰਖਾਣ ਮਾਜਰਾ ਜੱਲਾ 2 ਪਿੰਡ 'ਚ ਬੇਅਦਬੀ ਕਰਨ ਵਾਲਾ ਬੰਦਾ ਉਹ ਬਾਹਰ ਤੁਰਿਆ ਫਿਰਦਾ ਜ਼ਮਾਨਤ ਲੈ ਕੇ। ਤਾਂ ਇਹਦੇ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ। ਜਿੱਥੇ ਅਸੀਂ ਬੰਦੀ ਸਿੰਘਾਂ ਦੇ ਉੱਤੇ ਬਹੁਤ ਵੱਡੀ ਲਾਮਬੰਦੀ ਲਈ ਯਤਨਸ਼ੀਲ ਹਾਂ, ਉੱਥੇ ਨਾਲ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਸਲਾ ਹੈ, ਇਹਦੇ ਉੱਤੇ ਵੀ ਅਸੀਂ ਪੂਰਾ ਸਾਨੂੰ ਸਾਰਿਆਂ ਨੂੰ ਯਤਨ ਕਰਨ ਦੀ ਲੋੜ ਹੈ, ਤੇ ਯਤਨ ਕਰ ਵੀ ਰਹੇ ਹਾਂ ਜਿੰਨੇ ਜੋਗੇ ਅਸੀਂ। ਆਪਣੀ ਆਵਾਜ਼ ਹੈ, ਜਿਵੇਂ ਦੀਵਾਨਾਂ ਦੇ ਵਿੱਚ ਸਾਡੇ ਦਰਬਾਰੇ ਖਾਲਸਾ ਦੇ ਜਿੰਨੇ ਪ੍ਰਚਾਰਕ ਦੀਵਾਨਾਂ ਦੇ ਵਿੱਚ ਸੇਵਾ ਨਿਭਾਉਂਦੇ ਆ, ਅਸੀਂ ਹਰ ਦੀਵਾਨ ਦੇ ਵਿੱਚ ਇਹ ਗੱਲ ਕਰਦੇ ਹਾਂ ਕਿ ਸਾਡਾ ਤਾਂ ਇਹ ਮਸਲੇ ਹੈ, ਗੁਰੂ ਗ੍ਰੰਥ ਸਾਹਿਬ ਦਾ ਹੋ ਗਿਆ, ਜਿਹੜਾ ਬੰਦੀ ਸਿੰਘਾਂ ਦਾ ਹੋ ਗਿਆ, ਇਸ ਤਰ੍ਹਾਂ ਦੇ ਸਾਡੇ ਇਸ਼ੂ ਨੇ, ਬੜੇ ਜ਼ਰੂਰੀ ਨੇ, ਜਿਹੜੇ ਹੋਣੇ ਚਾਹੀਦੇ ਹੱਲ। ਔਰ ਇਹਦੇ ਲਈ ਸਾਰੇ ਬੇਈਮਾਨ ਹੋਏ ਆ। ਵੇਖੋ ਜੋ ਕੈਪਟਨ ਅਮਰਿੰਦਰ ਸਿੰਘ ਨੇ ਮਹਾਨਲੈਕੀਆਂ ਜਿਸ ਤਰ੍ਹਾਂ ਉਹਨੇ ਕੀਤੀਆਂ, ਐਡਾ ਮਤਲਬ ਕਹਿ ਲਓ ਵੀ ਗਿਆ ਗੁਜ਼ਰਿਆ ਬੰਦਾ ਨਿਕਲਿਆ ਕਿ ਕੱਖ ਉਹਨੇ ਕੀਤਾ ਨਹੀਂ, ਬਲਕਿ ਬਿਲਕੁਲ ਉਸ ਤਰ੍ਹਾਂ ਬਾਦਲਾਂ ਦੀ ਪੁਸਤਪਨਾਹੀ ਹੋਈ ਜਿਵੇਂ ਬਾਦਲ ਕੇ ਸੌਦਾ ਸਾਧ ਦੀ ਪੁਸਤਪਨਾਹੀ ਕਰਦੇ ਸੀ। ਕੈਪਟਨ ਅਮਰਿੰਦਰ ਸਿੰਘ ਤਾਂ ਐਂ ਲੱਗਦਾ ਜਿਵੇਂ ਬਾਦਲਾਂ ਦੀ ਉਸ ਤਰੀਕੇ ਨਾਲ ਪੁਸਤਪਨਾਹੀ ਕਰਦਾ ਹੋਵੇ। ਤੇ ਇਸ ਕਰਕੇ ਇਹ ਸਾਰਾ ਜਿਹੜਾ ਮਸਲਾ ਹੈ ਉਹ ਹੱਲ ਨਹੀਂ ਹੋਇਆ। ਔਰ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਹੈ ਕਿ ਸਭ ਨੂੰ ਪਤਾ ਹੈ ਗੋਲੀ ਚੱਲੀ ਹੈ। ਦੇਖੋ ਸ਼ਾਂਤਮਈ ਬੈਠਿਆਂ ਤੇ ਜੋ ਕਹਿਰ ਢਾਇਆ ਗਿਆ ਉੱਥੇ, ਜਿਵੇਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਬਾਈਬਲ ਜਾ ਕੇ, ਔਰ ਇਹਦੇ ਨਾਲ ਨਾਲ ਜਿਹੜੇ ਫੱਟੜ ਹੋਏ ਸੀ ਉੱਥੇ ਵੀਰ, ਇੱਕ ਅਜੀਤ ਸਿੰਘ ਹੈ ਭਰਾ, ਉਹਦੇ ਇੱਕ ਪੱਟ ਦੇ ਵਿੱਚੋਂ ਦੀ ਗੋਲੀ ਲੱਗੀ, ਦੂਜੇ ਪਾਸੇ ਦੀ ਲੰਘ ਕੇ ਅਗਲੀ ਲੱਤ ਤੇ ਵੀ ਵੱਜੀ ਸੀ। ਫਿਰ ਉਹਨਾਂ ਨੂੰ ਉਹਨਾਂ ਦੇ ਲੋਕਲ ਹਸਪੀਟਲਾਂ ਦੇ ਵਿੱਚ ਇਲਾਜ ਵੀ ਨਹੀਂ ਕਰਾਉਣ ਦਿੱਤਾ ਗਿਆ, ਉਹਨਾਂ ਨੇ ਚੋਰੀਆਂ ਛਪੋਰੀਆਂ ਇਲਾਜ ਕਰਾਉਂਦੇ ਰਹੇ ਬੰਦੇ। ਸੋ ਇਸ ਤਰ੍ਹਾਂ ਦਾ ਸਾਰਾ ਕੁਝ ਵਾਪਰਿਆ। ਤਾਂ ਇਹਦੇ ਤੇ ਸਾਨੂੰ ਲਗਾਤਾਰ ਗੱਲ ਕਰਨ ਦੀ ਲੋੜ ਹੈ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਮੂਹ ਸਿੱਖ ਪ੍ਰਚਾਰਕਾਂ ਨੂੰ, ਜਥੇਬੰਦੀਆਂ ਨੂੰ, ਸੰਪਰਦਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਕਿ ਸਾਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਅੱਗੇ ਵਧਣਾ ਚਾਹੀਦਾ ਜੀ। ਇਨਸਾਫ ਤਾਂ ਦੇ ਨਹੀਂ ਸਕੀ ਕਾਂਗਰਸ, ਪਰ ਹੁਣ ਕਾਂਗਰਸ ਦੇ ਲੀਡਰ ਫੇਰ ਡੇਰਿਆਂ ਤੇ ਨਜ਼ਰ ਆਉਂਦੇ ਨੇ। ਡੇਰਾ ਸਿਰਸਾ ਦੇ ਵਿੱਚ ਜਿਹੜਾ ਸਲਾਮਤਪੁਰ ਦਾ ਡੇਰਾ ਬਠਿੰਡੇ ਸਾਈਡ, ਉੱਥੇ ਕੁਝ ਲੀਡਰਾਂ ਦੀਆਂ ਤਸਵੀਰਾਂ ਆਈਆਂ ਨੇ, ਕਈ ਮੰਤਰੀਆਂ ਦੀਆਂ। ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਪੰਜਾਬ ਦੀ ਬਾਗਡੋਰ ਸੰਭਾਉਣ ਲੱਗੇ ਹੋ ਜੀ, ਇੰਨਾ ਕੁ ਜ਼ਰੂਰ ਖਿਆਲ ਰੱਖ ਲਿਓ ਕਿ ਇੱਥੇ ਇਹੋ ਜਿਹੇ ਵੀ ਨਲਾਇਕ ਤੁਹਾਡੇ ਲੀਡਰ ਨੇ ਜਿਹੜੇ
ਸੌਦਾ ਸਾਧ ਇਹ ਤਾਂ ਹੁਣ ਅਦਾਲਤਾਂ ਦੇ ਫੈਸਲੇ ਹੋ ਚੁੱਕੇ ਆ ਕਿ ਉਹ ਬਲਾਤਕਾਰੀ ਹੈ। ਇਹ ਕੋਈ ਦੋਸ਼ ਨਹੀਂ, ਇਹ ਤਾਂ ਸਾਬਤ ਹੋ ਚੁੱਕਿਆ, ਪ੍ਰੂਫ ਹੋ ਚੁੱਕਿਆ, ਬਕਾਇਦਾ ਜੇਲ੍ਹ 'ਚ ਹੈ। ਜਿਹਨੇ ਬੰਦੇ ਨਪੁੰਸਕ ਕੀਤੇ ਤੇ ਬੰਦਿਆਂ ਨੂੰ ਮਾਰਿਆ, ਕਤਲ ਕੀਤੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀਆਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ। ਇਹੋ ਜਿਹੇ ਦੁਸ਼ਟ ਦੇ ਡੇਰਿਆਂ ਦੇ ਉੱਤੇ ਜਾ ਕੇ ਇਹ ਲੋਕ, ਭਾਵੇਂ ਉਹ ਕਾਂਗਰਸੀ ਵੀ ਗਏ ਨੇ, ਉਹ ਬਾਦਲ ਕੇ ਵੀ ਗਏ ਨੇ, ਉਹ ਆਪ ਵਾਲੇ ਵੀ ਗਏ ਨੇ, ਸਾਰੇ ਨਹੀਂ, ਕੁਝ ਗਏ ਆ ਇਹ ਸਾਰੇ। ਇਹ ਬੀਜੇਪੀ ਦੇ ਵੀ ਗਏ ਆ। ਬੀਜੇਪੀ ਦੇ ਇੱਕ ਲੀਡਰ ਨੇ ਕਿਹਾ ਸੀਗਾ ਉਹ ਕਿ ਮੈਂ ਤਾਂ ਨਾਮਦਾਨ ਨਹੀਂ ਲਿਆ ਹੋਇਆ ਉਹਨਾਂ ਦਾ। ਹਰਜੀਤ ਗਰੇਵਾਲ ਦਾ ਬਿਆਨ ਸੀ ਪਿੱਛੇ ਦੇ, ਕਹਿੰਦਾ ਸ਼ਕਤੀ ਬਹੁਤ ਆ ਬਾਬੇ 'ਚ, ਤਾਂ ਹੀ ਨਹੀਂ ਦੁਨੀਆ ਮਗਰ ਲੱਗੀ। ਹਾਂ, ਇਹ ਸਾਰੇ ਜਿਹੜੇ ਸ਼ਕਤੀਆਂ ਉੱਥੋਂ ਲੱਭਦੇ ਫਿਰਦੇ ਆ। ਮੈਂ ਤਾਂ ਇਹਨਾਂ ਨੂੰ ਇਹ ਪੁੱਛਦਾ ਹਾਂ ਕਿ ਭਾਵੇਂ ਉਹ ਹਰਜੀਤ ਗਰੇਵਾਲ ਹੈ ਜਾਂ ਦੂਜਾ ਤੀਜਾ ਜਿਹੜਾ ਵੀ ਹੈ, ਤੁਸੀਂ ਜਦੋਂ ਆਪਣੇ ਘਰੇ ਵਾਪਸ ਜਾਓਗੇ, ਸੌਦਾ ਸਾਧ ਦੇ ਹਾਜ਼ਰੀ ਭਰ ਕੇ ਉਸ ਬਲਾਤਕਾਰੀ ਦੇ ਡੇਰੇ 'ਚ ਜਦੋਂ ਘਰੇ ਗਏ ਹੋਣੇ, ਤਾਂ ਤੁਹਾਡੀ ਵਾਈਫ ਨੇ ਤੁਹਾਨੂੰ ਲਾਹਣਤਾਂ ਨਹੀਂ ਪਾਈਆਂ? ਉਹ ਤੁਹਾਡੀ ਭੈਣ, ਕੋਈ ਧੀ ਨੇ। ਮੈਂ ਇਹਨਾਂ ਦੇ ਪਰਿਵਾਰਾਂ ਅੱਗੇ ਬੇਨਤੀ ਕਰਨਾ ਚਾਹੁੰਦਾ, ਕਿਉਂਕਿ ਇਹ ਤਾਂ ਬਿਲਕੁਲ ਬੇਸ਼ਰਮ ਹੋ ਗਏ। ਜਿੰਨੇ ਲੀਡਰ ਸੌਦਾ ਸਾਧ ਦੇ ਉੱਥੇ ਹਾਜ਼ਰੀ ਭਰਨ ਗਏ ਹੈ, ਮੈਂ ਉਹਨਾਂ ਦੀਆਂ ਪਤਨੀਆਂ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਦੀਆਂ ਬੱਚੀਆਂ ਨੂੰ, ਉਹਨਾਂ ਦੇ ਜਵਾਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆਪਣੇ ਪਰਿਵਾਰ ਦੇ ਇਹਨਾਂ ਮੁਖੀਆਂ ਨੂੰ ਮਾੜੀ ਮੋਟੀ ਅਕਲ ਦਿਓ, ਲਾਹਣਤਾਂ ਪਾਓ। ਇਹਨਾਂ ਨੂੰ ਲਾਹਣਤਾਂ ਪਾਉਣ, ਇਹਨਾਂ ਦੀਆਂ ਧੀਆਂ ਗਿਆਂ ਨੂੰ ਵੀ। ਕਿਹਨੂੰ ਮਿਲ ਕੇ ਆਏ? ਉਹ ਜਿਹਨੇ ਬਲਾਤਕਾਰ ਕੀਤੇ ਹੈ, ਜਿਹਨੇ ਨਪੁੰਸਕ ਕੀਤੇ ਹੈ, ਜਿਹਨੇ ਮੌੜ ਬੰਬ ਕਾਂਡ ਕਰਕੇ ਉੱਥੇ ਮਾਸੂਮਾਂ ਦੀਆਂ ਜਾਨਾਂ ਲਈਆਂ, ਉਸ ਸੌਦਾ ਸਾਧ ਦੇ ਹਾਜ਼ਰੀ ਭਰ ਕੇ ਆਏ ਚੰਦ ਵੋਟਾਂ ਲਈ। ਤੇ ਵੋਟਾਂ ਵੀ ਇਹਨਾਂ ਦੀਆਂ ਹੈ ਨਹੀਂ। ਜੇ ਇਹਨਾਂ ਦੀਆਂ ਵੋਟਾਂ ਹੁੰਦੀਆਂ ਤਾਂ ਪਿਛਲੇ ਸਾਲ ਮੌੜ ਮੰਡੀ ਤੋਂ ਫਿਰ ਇਹਦਾ ਆਪਣਾ ਕੁੜਮ ਕਿਵੇਂ ਹਾਰ ਗਿਆ? ਕੱਖ ਇਹਨਾਂ ਦੇ ਪੱਲੇ ਹੈ ਨਹੀਂ। ਇਹ ਲੀਡਰਾਂ ਨੂੰ ਬੜਾ ਵੱਡਾ ਭੁਲੇਖਾ ਪਿਆ ਹੋਇਆ, ਤੇ ਇਹ ਭੁਲੇਖੇ ਜਿਹੜੇ ਨੇ ਗੁਰੂ ਦੀ ਕਿਰਪਾ ਨਾਲ ਨਿਕਲ ਰਹੇ ਆ, ਨਿਕਲਣਗੇ। ਤੇ ਜਿਹੜੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੇ ਸੌਦਾ ਸਾਧ ਦੇ ਉੱਥੇ ਧੱਕੇ ਖਾਣ ਜਾਂਦੇ ਆ, ਉਹਨਾਂ ਦਾ, ਲੀਡਰਾਂ ਦਾ ਬਾਈਕਾਟ ਹੋਣਾ ਚਾਹੀਦਾ। ਤੇ ਕੀਤਾ ਵੀ ਹੈ। ਇਹ ਵੀ ਨਾਲ ਦੱਸਦੇ ਆ, ਜਿਹੜਾ ਬਠਿੰਡੇ ਦੀਆਂ ਗੁਰਦੁਆਰਾ ਕਮੇਟੀਆਂ ਨੇ ਇੱਕ ਇਕੱਠ ਕੀਤਾ, ਮੈਨੂੰ ਲੀਡਰ ਦਾ ਨਾਂ ਭੁੱਲਿਆ ਸ਼ਾਇਦ, ਉਹਨਾਂ ਨੇ ਬਾਈਕਾਟ ਕੀਤਾ ਸੀਗਾ। ਤੇ ਇਸੇ ਤਰ੍ਹਾਂ ਤੁਹਾਡੇ ਇੱਧਰ ਮੱਲੇਵਾਲ, ਸਾਧੂ ਸਿੰਘ ਧਰਮਸੋਤ ਦਾ ਹੋਇਆ ਬਾਈਕਾਟ। ਮੱਲੇਵਾਲ ਪਿੰਡ ਹੈ ਨਾਭੇ ਦੇ ਨੇੜੇ ਜੀ, ਉੱਥੇ ਉਹਨਾਂ ਨੇ ਸਾਧੂ ਸਿੰਘ ਧਰਮਸੋਤ ਦਾ ਬਾਈਕਾਟ ਕੀਤਾ। ਮੈਂ ਮੱਲੇਵਾਲ ਪਿੰਡ ਦੇ ਸਮੂਹ ਵਸਨੀਕਾਂ ਨੂੰ ਤੇ ਬਠਿੰਡੇ ਵਾਲਿਆਂ ਨੂੰ ਦਿਲੋਂ ਸਲੂਟ ਕਰਦਾ, ਜਿਨ੍ਹਾਂ ਨੇ ਜੁਰਤ ਕੀਤੀ ਹੈ। ਸਾਨੂੰ ਕਰਨੀ ਚਾਹੀਦੀ ਜੀ। ਮਾਝੀ ਸਾਹਿਬ, ਇੱਕ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਜਿਹੜਾ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ, ਉਸ ਮਾਮਲੇ ਦੇ ਵਿੱਚ ਹੁਣ ਸਿੱਟ ਨੇ ਚਲਾਨ ਪੇਸ਼ ਕੀਤਾ। ਰਾਮ ਰਹੀਮ ਸਣੇ 10 ਡੇਰਾ ਪ੍ਰੇਮੀ ਹੋਰ ਨੇ। ਲੱਗਦਾ ਕੋਈ ਇਨਸਾਫ ਦੀ ਕੋਈ ਹੈਗੀ ਉਮੀਦ, ਜਾਂ ਫਿਰ ਇਸੇ ਤਰ੍ਹਾਂ ਕਾਨੂੰਨਾਂ ਦੇ ਵਿੱਚ ਇਹ ਮਾਮਲੇ ਚੱਲਦੇ ਰਹਿਣਗੇ? ਇਹ ਜੀ ਦੇਖੋ, ਟਾਈਮ ਬਹੁਤ ਲੰਬਾ ਹੋ ਗਿਆ। 2015 ਦੀ ਗੱਲ ਹੈ, ਹੁਣ ਚੱਲ ਰਿਹਾ 2022। 1984 ਦਾ ਵੀ ਸਾਨੂੰ ਇਨਸਾਫ ਨਹੀਂ ਮਿਲਿਆ। ਬਿਲਕੁਲ ਉਸ ਤਰ੍ਹਾਂ ਦੀ ਗੱਲ ਇਹ ਲੱਗਦੀ ਹੈ। ਨਹੀਂ ਤਾਂ ਕੰਮ ਕੋਈ ਨਹੀਂ ਹੈ, ਕੰਮ ਤਾਂ ਸਾਰਾ ਹੋ ਚੁੱਕਿਆ ਹੈ। ਇੱਛਾ ਸ਼ਕਤੀ ਚਾਹੀਦੀ ਸੀ ਸਰਕਾਰ ਦੀ। ਗੱਲ ਕਿੱਡੀ ਹੈ, ਉਹਨੂੰ ਮਤਲਬ ਰਾਮ ਰਹੀਮ ਨੂੰ ਇਹ ਇੰਨਾ ਉਹਦੇ ਤੋਂ ਭੈ ਪਤਾ ਨਹੀਂ ਕਿਉਂ ਖਾਂਦੇ ਆ। ਉਹਦੇ ਬਾਰੇ ਉਹਨੂੰ ਚੰਗੀ ਤਰ੍ਹਾਂ ਪੁੱਛਣ। ਜਿਵੇਂ ਸਾਡੇ ਤਾਂ ਬੇਕਸੂਰਾਂ ਨੂੰ ਫੜ ਕੇ ਉੱਥੇ ਚੱਡੇ ਪਾੜ ਦਿੰਦੇ ਆ, ਕਿੰਨੇ ਬੰਦਿਆਂ ਨੂੰ ਟੌਰਚਰ ਕੀਤਾ, ਬਹੁਤ ਕੁਝ ਕਰਿਆ। ਇਹਨੂੰ ਚੰਗੀ ਤਰ੍ਹਾਂ ਪੁੱਛਣ, ਸਾਰਾ ਇਹ ਤੋਂ ਪਤਾ ਲੈਣ। ਇਹ ਗੁਰਮੀਤ ਰਾਮ ਰਹੀਮ ਜਿਹੜਾ ਬੜਾ ਵੱਡਾ ਅੱਤਵਾਦੀ ਹੈ, ਤੇ ਇਹਦੇ ਤੇ ਪੂਰੀ ਜਦੋਂ ਇਹਦੀ ਹੋਵੇ ਨਾ, ਇਹਨੂੰ ਟੌਰਚਰ ਕਰੋ, ਇਹਨੂੰ ਵੀ ਮਾੜਾ ਜਿਹਾ ਪਟਾ, ਫਿਰ ਉਹਨੂੰ ਪਤਾ ਲੱਗੇ, ਤੇ ਫਿਰ ਸਾਰਾ ਕੁਝ, ਸਭ ਕੁਝ ਸਾਹਮਣੇ ਆ ਜਾਣਾ। ਕਿਉਂਕਿ ਹੁਣ ਸਾਰਾ ਸਾਹਮਣੇ ਆ ਹੀ ਚੁੱਕਿਆ ਸੀਗਾ, ਪਰ ਇਹ ਇੱਥੋਂ ਦੀਆਂ ਸਰਕਾਰਾਂ, ਇੱਥੋਂ ਦਾ ਸਿਸਟਮ ਇੰਨਾ ਬੇਈਮਾਨ ਹੈ, ਇਹ ਇਹਨੂੰ ਲੁਕੋ ਕੇ ਰੱਖਦੇ ਆ। ਜਵਾਈਆਂ ਦੀ ਤਰ੍ਹਾਂ ਪਤਾ ਨਹੀਂ ਕਿਉਂ ਸੇਵਾ ਕਰਦੇ ਆ ਸੌਦਾ ਸਾਧ ਦੀ। ਇਹ ਤਾਂ ਇਹ ਸਰਕਾਰਾਂ ਵਾਲੇ ਦੱਸ ਸਕਦੇ ਆ। ਮਾਝੀ ਸਾਹਿਬ, ਇਹਨਾਂ ਮਾਮਲਿਆਂ ਦਾ ਇਨਸਾਫ ਤਾਂ ਮਿਲਿਆ ਨਹੀਂ ਸੀ, ਪਰ ਹੁਣ ਤਾਂ ਜਿਹੜੇ ਬੇਅਦਬੀ ਵਾਲੇ ਲੋਕ ਨੇ ਹਰਿਮੰਦਰ ਸਾਹਿਬ ਤੱਕ ਪਹੁੰਚ ਕੇ, ਤੁਸੀਂ ਦੇਖਿਆ ਹੋਣਾ ਕਿੱਡੀ ਵੱਡੀ ਘਟਨਾ ਵਾਪਰੀ ਉੱਥੇ, ਪਰ ਉਹ ਵੀ ਵਿੱਚ ਵਿਚਾਲੇ ਹੀ ਮਸਲਾ ਜਿਹੜਾ ਠੰਡਾ ਪੈ ਗਿਆ। ਪਤਾ ਨਹੀਂ ਲੱਗਿਆ ਵੀ ਕੌਣ ਬੰਦਾ ਸੀ, ਕਿਹਨੇ ਭੇਜਿਆ ਸੀ, ਮਾਸਟਰਮਾਈਂਡ ਕੌਣ ਸੀ। ਇਹ ਗੱਲਾਂ ਨੇ ਜਿਹੜੀਆਂ ਅੰਦਰ ਖਾਤੇ ਠੰਡੇ ਬਸਤੇ ਵਿੱਚ ਪੈ ਚੁੱਕੇ ਨੇ ਹੁਣ। ਵੀਰ ਕੁਲਦੀਪ ਸਿੰਘ ਜੀ, ਗੱਲ ਇਹ ਹੈ ਕਿ ਮਸਲੇ ਇੰਨੇ ਨੇ, ਬੇਅਦਬੀ ਦਾ ਹੋਵੇ ਜਾਂ ਕੋਈ ਵੀ, ਉਹ ਲਗਾਤਾਰ ਇੰਨੇ ਵਧੀ ਜਾਂਦੇ ਆ ਜੀ ਕਿ ਪੁਰਾਣਾ ਲੋਕ ਭੁੱਲ ਜਾਂਦੇ ਆ, ਨਵਾਂ ਹੋਰ ਵਾਪਰ ਜਾਂਦਾ। ਜਿਵੇਂ ਤੁਸੀਂ ਦਰਬਾਰ ਸਾਹਿਬ ਦੀ ਗੱਲ ਕੀਤੀ ਹੈ, ਉਹਦੇ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਣਾ ਚਾਹੁੰਦਾ ਕਿ ਉਹਨਾਂ ਕੋਲ ਬੜੀ ਵੱਡੀ ਫੌਜ ਹੈ ਵਕੀਲਾਂ ਦੀ, ਬੜੇ ਵੱਡੇ ਸਾਧਨ ਨੇ। ਇਹ ਕੰਮ ਤਾਂ ਸਾਰੇ ਪੰਥ ਦੇ ਇਸ਼ੂ ਉਹਨਾਂ ਨੇ ਜਿਹੜੇ ਨਿਭਾਉਣੇ ਚਾਹੀਦੇ ਸੀਗੇ, ਤੇ ਉਹਨਾਂ ਨੂੰ ਇਹ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਪਰ ਉਹ ਬਿਲਕੁਲ ਪੁੱਠੇ ਪਾਸੇ ਤੁਰੇ ਹੋਏ ਆ। ਉਹ ਡੱਕਾ ਨਹੀਂ ਤੋੜ ਰਹੇ, ਤੇ ਸਿਰਫ ਫੋਕੀਆਂ ਬਿਆਨਬਾਜ਼ੀਆਂ ਤੱਕ ਸੀਮਿਤ ਰਹਿੰਦੇ ਆ। ਤਾਂ ਉਹਦੇ ਤੇ ਵੀ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਜੀ। ਭਾਈ ਬਲਵੰਤ ਸਿੰਘ ਰਾਜੋਣਾ ਪੈਰੋਲ ਤੇ ਆਏ ਸੀ ਕੁਝ ਘੰਟਿਆਂ ਦੇ ਲਈ, ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਸਮਰਥਨ ਦਾ ਐਲਾਨ ਕੀਤਾ ਗਿਆ। ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਐਲਾਨ ਨੂੰ, ਕਿਉਂਕਿ ਵੋਟਾਂ ਦਾ ਸਮਾਂ ਪੰਜਾਬ ਦੇ ਵਿੱਚ? ਦੇਖੋ, ਭਾਈ ਬਲਵੰਤ ਸਿੰਘ ਜਿਹੜਾ ਰਾਜੋਆਣਾ ਜੀ ਨੇ, ਪਹਿਲੀ ਗੱਲ ਇਹ ਹੈ ਕਿ
ਭਾਵੇਂ ਉਹਨਾਂ ਦੇ ਕਿਸੇ ਵਿਚਾਰ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ, ਇੱਕ ਗੱਲ ਬੜੀ ਸਪਸ਼ਟ ਹੈ, ਉਹ ਸਿੱਖ ਕੌਮ ਦੇ ਹੀਰੋ ਨੇ, ਹੀਰੇ ਨੇ। ਕਿਉਂਕਿ ਉਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅੱਜ ਜਿਹੜੀ ਜਵਾਨੀ ਹੈ ਪੰਜਾਬ ਦੇ ਵਿੱਚ ਦਿਖ ਰਹੀ ਹੈ। ਨਹੀਂ ਤਾਂ ਜਿਸ ਤਰੀਕੇ ਨਾਲ ਬੇਅੰਤੇ ਨੇ ਕੰਮ ਕੀਤਾ ਸੀ ਝੂਠੇ ਪੁਲਿਸ ਮੁਕਾਬਲਿਆਂ ਦਾ, ਉਹ ਬੜਾ ਖਤਰਨਾਕ ਸੀਗਾ ਮਾਹੌਲ। ਪਰ ਜਿਹੜੀ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਅਕਾਲੀ ਦਲ ਨੂੰ ਸਮਰਥਨ, ਜੀ, ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਕਿ ਉਹਨਾਂ ਨੂੰ ਪੂਰੀ ਜਾਣਕਾਰੀ ਨਾ ਮਿਲ ਰਹੀ ਹੋਵੇ ਇਸ ਟਾਈਮ ਵੀ ਜਿਹੜਾ ਅਕਾਲੀ ਦਲ ਦਾ ਤਾਂ ਹਰ ਸਿੱਖ ਹੀ ਮੈਂ ਕਹਿੰਦਾ ਸਮਰਥਨ ਕਰਦਾ ਹੈ, ਪਰ ਅਕਾਲੀ ਦਲ ਦੀ ਗੱਲ ਚੱਲੂਗੀ ਉਹ ਸਮਰਥਨ ਹੋਊਗਾ। ਹੁਣ ਇਹ ਅਕਾਲੀ ਦਲ ਨਹੀਂ ਰਿਹਾ, ਇਹ ਬਾਦਲ ਦਲ ਬਣ ਗਿਆ। ਇਹ ਤਾਂ ਉਹ ਨੇ ਜਿਹੜੇ 1997 ਦੇ ਚੋਣ ਮੈਨੀਫੈਸਟੋ ਦੇ ਵਿੱਚ ਕਹਿੰਦੇ ਸੀ ਕਿ ਦੋਸ਼ੀ ਪੁਲਿਸ ਅਫਸਰਾਂ ਤੇ ਕਾਰਵਾਈ ਕਰਾਂਗੇ, ਪਰ ਕਾਰਵਾਈ ਕੀ ਕੀਤੀ ਹੈ? ਦੇਖੋ, ਇਹਨਾਂ ਨੇ ਤਾਂ ਜਿਹੜੇ ਸਾਡੇ ਨੌਜਵਾਨਾਂ ਦੇ ਪਿੱਠਿਆਂ 'ਚ ਡੰਡੇ ਦਿੰਦੇ ਰਹੇ ਆ ਦੁਸ਼ਟ, ਉਹ ਸੁਮੇਲ ਸੈਣੀ ਵਰਗਿਆਂ ਨੂੰ ਡੀਜੀਪੀ ਤੱਕ ਬਣਾਤਾ। ਸੋ ਇਸ ਕਰਕੇ ਜੋ ਰਾਜੋਆਣਾ ਸਾਹਿਬ ਨੇ ਕਿਹਾ, ਉਹਨਾਂ ਨੇ ਅਕਾਲੀ ਦੀ ਗੱਲ ਕੀਤੀ ਹੈ। ਮੈਂ ਤਾਂ ਕਹਿੰਦਾ ਪੰਥ 'ਚੋਂ ਜਿਹੜਾ ਕੋਈ ਅਸਲੀ ਅਕਾਲੀ ਹੈ ਉਹਦਾ ਕੋਈ ਸਾਥ ਵੀ ਦੇ ਦੇ, ਕੋਈ ਗੁਨਾਹ ਨਹੀਂ, ਪਰ ਇਹ ਬਾਦਲ ਗਰੁੱਪ ਦੀ ਗੱਲ ਨਹੀਂ ਹੈ। ਇਹ ਤਾਂ ਦੁਸ਼ਟ ਨੇ ਜੀ। ਅਕਾਲੀ ਦੀ ਡੈਫੀਨੇਸ਼ਨ ਮੈਂ ਜ਼ਰੂਰ ਸਾਂਝੀ ਕਰ ਦੇਣਾ ਤੁਹਾਡੇ ਦਰਸ਼ਕਾਂ ਨਾਲ, ਜਿਹੜੀ ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਲਿਖੀ ਹੈ। ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚੱਲ ਸਭ ਤੋਂ ਨਿਰਾਲੀ ਹੈ। ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ, ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ। ਪੂਜੇ ਨਾ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵਾ, ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ। ਇੱਕ ਅਕਾਲ ਪੁਰਖ ਤੇ ਭਰੋਸਾ ਰੱਖਣ ਵਾਲਾ ਅਕਾਲੀ ਹੁੰਦਾ ਹੈ। ਇਹ ਬਾਦਲ ਕੇ ਤਾਂ ਜਿੰਨੇ ਸਿੱਖ ਵਿਰੋਧੀ ਡੇਰੇ ਨੇ ਸਾਰੇ ਡੇਰੇਦਾਰਾਂ ਦੇ ਪਖੰਡੀਆਂ ਦੇ ਗਿੱਟਿਆਂ 'ਚ ਜਾ ਕੇ ਬਹਿੰਦੇ ਰਹੇ। ਇਹ ਕਿਹੜੇ ਅਕਾਲੀ ਹੈ? ਸੋ ਮੈਨੂੰ ਨਹੀਂ ਲੱਗਦਾ ਰਾਜੋਆਣਾ ਸਾਹਿਬ ਦੇ ਇਸ ਬਿਆਨ ਨਾਲ ਕੋਈ ਵੀ ਸਿੱਖ ਜਿਹੜਾ ਸਹਿਮਤ ਨਹੀਂ ਹੋ ਰਿਹਾ, ਤੇ ਉਹਨਾਂ ਨੇ ਕਿਸ ਮਜਬੂਰੀ 'ਚੋਂ ਕੀ ਕਿਵੇਂ ਦਿੱਤਾ ਉਹ ਜਾਣਦੇ ਆ। ਪਰ ਫਿਰ ਵੀ ਉਹਨਾਂ ਨੇ ਜਿਹੜੀ ਐਡੀ ਘਾਲਣਾ ਘਾਲੀ ਹੋਈ ਹੈ ਉਹਨੂੰ ਕਦੇ ਵੀ ਅਸੀਂ ਅੱਖੇ ਪਰੋਖ ਨਹੀਂ ਕਰ ਸਕਦੇ ਜੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਬਹੁਤ। ਇਹ ਸਨ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਦੇ ਵੱਲੋਂ ਪੰਥਕ ਮੁੱਦਿਆਂ ਤੇ ਚਰਚਾ ਕੀਤੀ ਗਈ ਆ। ਅਸੀਂ ਨਵੇਂ ਮੁੱਦਿਆਂ ਤੇ ਤੁਹਾਡੇ ਨਾਲ ਚਰਚਾ ਕਰਨ ਦੇ ਲਈ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ। P5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ।